ਇਹ ਪੰਜ ਦਰਿਆਵਾਂ ਦੀ ਧਰਤੀ ਤੇ ਸੋਹਣੀ ਧਰਤੀ ਜਿਹੜੀ ਕਿ ਸੂਰਮਾਵਾਂ ਦੀ ਧਰਤੀ ਕਲਾਈ ਜਾਂਦੀ ਸੀ। ਇੱਥੇ ਤੇ ਦਲੇਰ ਤੇ ਅਲੀਅਰ ਜਵਾਨ ਨੂੰ ਸੂਰਮਾ ਕਿਉਂ ਕਹਿੰਦੇ ਸੀ? ਸੂਰਮਾ ਕਿਹੜੀ ਜ਼ੁਬਾਨ ਦਾ ਲਫ਼ਜ਼ ਹੈ? ਔਰ ਇਹ ਵੀ ਅਸੀਂ ਅੱਜ ਦੇਖਾਂਗੇ ਕਿ ਸੂਰਮਾ ਦੇ ਹਵਾਲੇ ਨਾਲ ਪੰਜਾਬ ਦੀ ਧਰਤੀ ਤੇ ਉਹ ਕਿਹੜੇ ਐਸੇ ਪੁੱਤਰ ਸੀਗੇ ਜਿਨ੍ਹਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਰਹੇਗਾ। अस्सलाम वालेकुम वरहमतुल्लाहि वबरकातुहू। मेरे सज्जनों ते मित्रों, अज की गल असी सूरमावां उत्ते करन लगे हाँ। सूरमावां तो मुराद सूअर मारन वाला। हाँ जी, ये पंजाबी च जिथे असी अज वसदे हाँ, अज तो 200 साल पहले 70 तो ज़्यादा% इलाका गैर आबाद सी ते जेरा 30% इलाका दरियावां दे नाल नाल जेरा कि बारिशी पानी ते दरियावां दे लियाए हुए हड़ दे नाल ਜ਼ਰਖੇਜ਼ ਹੋ ਜਾਂਦਾ, ਉਹਨੂੰ ਅਸੀਂ ਵਾਂਦੇ। ਸਾਡੀ ਇਸ ਧਰਤੀ ਦੇ ਉੱਤੇ ਸਾਡੀ ਸਭ ਤੋਂ ਕੀਮਤੀ ਸ਼ੈ ਉਸ ਵੇਲੇ ਸਾਡੀ ਫਸਲ ਹੁੰਦੀ ਤੇ ਇਹ ਸੂਅਰ ਐਸੀ ਇੱਕ ਨਸਲ ਹੈ ਜਿਹੜੀ ਸਭ ਤੋਂ ਜ਼ਿਆਦਾ ਇਹਨਾਂ ਫਸਲਾਂ ਨੂੰ ਤਬਾਹ ਕਰਦੀ। ਸੂਅਰ ਰਹਿੰਦੇ ਵੀ ਪੂਰੇ ਝੁੰਡ ਬਣਾ ਕੇ ਜਾਂ ਜੱਥੇ ਬਣਾ ਕੇ ਤੇ ਇਹਨਾਂ ਦਾ ਮੁਕਾਬਲਾ ਕਰਨ ਲਈ ਉਸ ਵਕਤ ਤੇ ਇਨਸਾਨਾਂ ਨੇ ਇਹਨਾਂ ਨੂੰ ਜਾਂ ਮਾਰਨਾ ਜਾਂ ਇਹਨਾਂ ਦੀ ਨਸਲ ਕਸ਼ੀ ਵਾਸਤੇ ਕੰਮ ਸ਼ੁਰੂ ਕਰ ਦਿੱਤਾ। ਕਿਸੇ ਵੀ ਸੂਅਰ ਨੂੰ ਮਾਰਨਾ ਆਸਾਨ ਕੰਮ ਨਹੀਂ ਸੀ। ਇੱਕ ਤੇ ਇਕੱਲਾ ਨਹੀਂ ਸੀ ਰਹਿੰਦਾ, ਦੂਜਾ ਇਹਦੇ ਉੱਤੇ ਚਮੜੀ ਦੇ ਵਿੱਚ ਬਹੁਤ ਜ਼ਿਆਦਾ ਚਰਬੀ ਹੁੰਦੀ। ਕਿਸੇ ਵੀ ਉਸ ਵਕਤ ਦੇ ਹਥਿਆਰ ਮਸਲਨ ਤਲਵਾਰ, ਕੁਹਾੜੀ, ਛੁਰੀ, ਨੇਜ਼ਾ ਜਾਂ ਤੀਰ ਕੋਈ ਵੀ ਇਹਦੇ ਉੱਤੇ ਵਾਰ ਨਾ ਕਰਦਾ। ਇਹਨੂੰ ਮਾਰਨ ਵਾਸਤੇ ਜੱਥਾ ਬਣਾਉਣਾ ਪੈਂਦਾ ਤੇ ਜੱਥਾ ਬਣਾ ਕੇ ਕਿਸੇ ਇੱਕ ਸੂਰ ਨੂੰ ਸੁੱਟ ਕੇ ਉਹਨੂੰ ਚਾਰੋਂ ਬੰਨੋਂ ਹਮਲਾ ਕਰਨਾ ਪੈਂਦਾ, ਕਿਉਂਕਿ ਸੂਅਰ ਦੀ ਇਹ ਕੁਆਲਿਟੀ ਹੈ ਕਿ ਜਿਹਨੂੰ ਉੱਤੇ ਹਮਲਾ ਹੁੰਦਾ ਹੈ ਉਹ ਆਪਣੇ ਪਹਿਲੇ ਹਮਲਾਵਰ ਉੱਤੇ ਹਮਲਾ ਕਰਦਾ ਹੈ। ਤੇ ਉਸ ਵਕਤ ਅਗਰ ਕੋਈ ਬੰਦਾ ਇਕੱਲਾ ਸੂਅਰ ਨੂੰ ਮਾਰ ਦਿੰਦਾ, ਉਹ ਆਪਣੇ ਵਕਤ ਦਾ ਨਾ ਡਰ, ਬੇਖੌਫ ਜਾਂ ਫਿਰ ਇਹ ਕਹਿ ਲਓ ਕਿ ਉਹ ਦਲੇਰ ਇਨਸਾਨ ਮੰਨਿਆ ਜਾਂਦਾ ਤੇ ਉਹਦੇ ਵਾਸਤੇ ਲਫ਼ਜ਼ सूरमा मशहूर हो गया। सूरमा पंजाबी च बोलिया जाने वाला सब तो वधिया लफज अपनी जगह ते होएगा, मगर ये संस्कृत जुबान दे लफज महावीर दा मुँह बोला भरा भी है। महावीर उस तरह एक लफज है जेरा मतलब माह या माह महाराजे तो मुराद अजीम वड्डा बंदा समझिया जाता है। दूजे बन्ने वैर या वीर। ये बेसिकली तलफुज़ के मसाइल ने। वीर या वैर, वैर जिहड़ा दुश्मनी पालन वाला हुंदा है या अपने दुश्मन की खोज रखने वाला हुंदा है, ते लिहाजा सूरमा उहदे विचों ही बनिया। एडा दलेर, एडा खौफ तो हट के जिहड़ा अपने दुश्मन का मुकाबला कर सके। अज दी इस गलबात दे विच असीं जिस सूरमा दे उत्ते गल करांगे ਉਹ ਇਹ ਪੰਜਾਬ ਦੀ ਧਰਤੀ ਦਾ ਉਹ ਅਲਰ ਜਵਾਨ ਕਿ ਜਿਹੜੇ ਬਾਰੇ ਅਸੀਂ ਗੱਲ ਕਰੀਏ ਉਹ 80 ਸਾਲ ਦੀ ਉਮਰ ਦੇ ਵਿੱਚ ਵੀ ਸ਼ੀ ਜਵਾਨ ਲੱਗਦਾ ਸੀ। ਉਹਦਾ ਨਾਂ ਹੈ ਰਾਏ ਅਹਿਮਦ ਖਾਂ ਖਰਲ। ਰਾਏ ਅਹਿਮਦ ਖਾਂ ਖਰਲ ਇਸ ਧਰਤੀ ਦਾ ਪੁੱਤਰ ਸੀ। ਇਸ ਧਰਤੀ ਦੀ ਆਜ਼ਾਦੀ ਵਾਸਤੇ ਲੜਿਆ। ਇਸ ਧਰਤੀ ਦੇ ਉੱਤੇ ਉਹਦੀ ਜਵਾਨੀ ਦੇ ਵਿੱਚ ਦੋ ਹੁਕਮਰਾਨ ਸੀ। ਇੱਕ ਹੁਕਮਰਾਨ ਬਹਾਦਰ ਸ਼ਾਹ ਜ਼ਫਰ ਸੀ ਤੇ ਦੂਜਾ ਹੁਕਮਰਾਨ ਇਸੇ ਧਰਤੀ ਦਾ ਪੁੱਤਰ ਰਣਜੀਤ ਸਿੰਘ। ਉਹਨੇ ਇਸ ਧਰਤੀ ਦੇ ਪੁੱਤਰ ਦਾ ਸਾਥ ਦਿੱਤਾ, ਰਣਜੀਤ ਸਿੰਘ ਦਾ ਸਾਥ। ਰਣਜੀਤ ਸਿੰਘ ਦਾ ਉਹ ਸਾਥੀ ਸੀ ਔਰ ਆ ਮੂੰਹ ਬੋਲਿਆ ਭਰਾ ਵੀ ਮੰਨਿਆ ਜਾਂਦਾ ਸੀ। ਇਹਦੇ ਉੱਤੇ ਮੁਖਤਲਿਫ ਕਹਾਣੀਆਂ ਨੇ, ਉਹਨਾਂ ਕਹਾਣੀਆਂ ਦਾ ਹਵਾਲਾ ਅਸੀਂ ਬਾਅਦ ਚੋਂ ਕਰਾਂਗੇ। ਅੱਜ ਦੀ ਗੱਲ ਸਿਰਫ ਰਾਏ ਅਹਿਮਦ ਖਾਂ ਖਰਲ ਦੀ ਮੁਖਤਸਰ ਤਾਰਫ ਦੇ ਉੱਤੇ ਆ। ਰਾਏ ਅਹਿਮਦ ਖਾਂ ਖਰਲ ਆਪਣੇ ਦੌਰ ਦੇ ਆਪਣੇ ਇਲਾਕੇ ਜਾਮਰਾ ਜਿਹੜਾ ਕਿ फैसलाबाद उस वक्त लैलपुर के इलाके का एक मन्निया तन्निया पिंड सी। ओरा रईस सीगा, ओरा नवाब सीगा, उत्थे दे रहन वाला जद्दी कुश्ती सीगा। ओरे बाप दादा उत्थे दे रहन वाले सी। उस वक्त जिन्हों जंगे आज़ादी का टाइम आया तो रणजीत सिंह की हुकूमत खत्म होने का टाइम आया तो उस वक्त के वटुआ तो फतेहानिया तो ओरे नाल दे जम्मे दूजे लोगों के खिलाफ जिन्हों गोरिया ने बगावत के जुमरे च उन्होंने तुन छड्डिया, उन्होंने चंगी तरह
ਮਾਰਿਆ ਕੁੱਟਿਆ, ਉਹਨਾਂ ਦੇ ਰਕਬੇ ਖੋਏ, ਕਿਉਂਕਿ ਉਹ ਰਣਜੀਤ ਸਿੰਘ ਦੇ ਸਾਥੀ ਸੀ। ਤੇ ਇਹਨੇ ਇੱਕ ਇਕੱਠ ਕੀਤਾ। ਇਹਦੇ ਇਕੱਠ ਦੇ ਵਿੱਚ ਉਸ ਵਕਤ 80 ਸਰਦਾਰ ਇਕੱਠੇ ਹੋਏ। ਉਹਨਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਅਸੀਂ ਰਣਜੀਤ ਸਿੰਘ ਦੇ ਨਾਲ ਰਵਾਂਗੇ ਤੇ ਗੋਰਿਆਂ ਦੇ ਖਿਲਾਫ ਜੰਗ ਲੜਾਂਗੇ। ਉਹ ਜੰਗ ਦੇ ਵਿੱਚ ਸਭ ਤੋਂ ਵੱਡਾ ਮਹਾਜ਼ ਰਾਏ ਅਹਿਮਦ ਖਾਂ ਖਰਦ ਦਾ ਸੀ। ਰਾਏ ਅਹਿਮਦ ਖਾਂ ਖਰਦ ਉਸ ਵਕਤ ਦਰਿਆਏ ਰਾਵੀ ਦੇ ਲਹਿੰਦੇ ਤੇ ਚੜ੍ਹਦੇ ਬੰਨੇ ਦੋਨਾਂ ਪਿੰਡਾਂ ਦੇ ਵਿੱਚ ਆਪਣੀ ਕੂਵਤ ਰੱਖਦਾ ਸੀ। ਲਿਹਾਜ਼ਾ ਇਹਨੇ ਉਸ ਵਕਤ ਦਰਿਆਏ ਰਾਵੀ ਦੇ ਉਹ ਕੋਈ 250 ਕਿਲੋਮੀਟਰ ਦੀ ਰੇਂਜ ਦੇ ਏਰੀਏ ਦੇ ਵਿੱਚ, ਬੇਸ਼ੱਕ ਉਹ ਗਗੀਰੇ ਦਾ ਏਰੀਆ ਉਕਾੜੇ ਦੇ ਨਾਲ ਹੋਵੇ ਜਾਂ ਇੱਧਰ ਸਮੁੰਦਰੀ ਵਾਲੀ ਸਾਈਡ ਤੇ ਹੋਵੇ, ਉੱਥੇ ਦੇ ਵਿੱਚ ਗੋਰਿਆਂ ਨੂੰ ਪੈਰ ਰੱਖਣ ਦੀ ਇਹ ਜਗ੍ਹਾ ਨਾ ਦਿੰਦਾ। ਗਗੀਰਾ ਬੰਗਲਾ ਕਿਉਂਕਿ ਉਸ ਵਕਤ ਗੋਰਿਆਂ ਨੇ ਆਪਣਾ ਹੈੱਡਕੁਆਟਰ ਬਣਾਇਆ ਸੀ, ਉਹਦੇ ਹੈੱਡਕੁਆਟਰ ਦੇ ਵਿੱਚ ਵੀ ਹਮਲਾ ਕਰਕੇ ਉਹਨਾਂ ਦੀਆਂ ਸਾਹਾਂ ਬੰਦ ਕਰ ਛੱਡਦਾ। ਰਾਏ ਅਹਿਮਦ ਖਾਂ ਖਰਲ ਆਪਣੇ ਵਕਤ ਦਾ ਜੀਦਾਰ ਤੇ ਸੁੱਚਾ ਬੰਦਾ ਸੀ। ਉਹ ਜਿਹਦੇ ਨਾਲ ਖੜਿਆ ਉਹਦੀ ਕੰਡ ਨਾ ਲੱਗਣ ਦਿੱਤੀ। ਆਪਣੇ ਵਾਸਤੇ, ਆਪਣੇ ਪੂਰੇ ਟੱਬਰ ਵਾਸਤੇ ਮੁਸ਼ਕਲਾਂ ਪਾਲ ਛੱਡੀਆਂ, ਆਪਣੀ ਔਲਾਦ ਤੇ ਆਪਣੀ ਨਸਲ ਨੂੰ ਤਬਾਹ ਕਰ ਛੱਡਿਆ, ਮਗਰ ਬਹਾਦਰੀ ਤੇ ਦਲੇਰੀ ਦਾ ਇੱਕ ਐਸਾ ਨਿਸ਼ਾਨ ਛੱਡ ਗਿਆ ਕਿ ਰਹਿੰਦੀ ਦੁਨੀਆ ਅੱਜ ਵੀ ਇਸ ਸਪੂਤ ਨੂੰ ਸਲਾਮ ਕਰਦੀ ਏ। ਇਹਦਾ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ। ਇਹ ਸਿੱਖ ਮਜ਼ਹਬ ਦੇ ਮੰਨਣ ਵਾਲੇ ਹੋਣ, ਹਿੰਦੂ ਮਜ਼ਹਬ ਦੇ ਮੰਨਣ ਵਾਲੇ ਹੋਣ ਜਾਂ ਮੁਸਲਿਮ ਮਜ਼ਹਬ ਦੇ ਮੰਨਣ ਵਾਲੇ, ਉਹਨਾਂ ਨੇ ਵਫਾਦਾਰੀ ਦਾ ਜਿਹਨੂੰ ਨਾਮ ਜਾਂ ਵਫਾਦਾਰੀ ਦਾ ਕਿਸੇ ਨੂੰ ਤਗਮਾ ਦੇਣਾ ਹੋਵੇ ਤੇ ਉਹ ਕਹਿੰਦੇ ਨੇ ਇਹ ਸੂਰਮਾ ਰਾਏ ਅਹਿਮਦ ਖਾਂ ਖਰਲ ਵਰਗਾ ਲੱਗਦਾ ਏ। ਲਿਹਾਜ਼ਾ ਅਹਿਮਦ ਖਾਂ ਖਰਲ ਲੈਲਪੁਰ ਸ਼ਹਿਰ, ਉਕਾੜਾ ਸ਼ਹਿਰ, ਮੌਜੂਦਾ ਸਮੁੰਦਰੀ, ਫੈਸਲਾਬਾਦ, ਕਮਾਲੀਆ, ਟੋਬਾ, ਰਜਾਨਾ ਜਾਂ ਜੜਾਂਵਾਲਾ, ਦੂਜੇ ਬੰਨੇ ਸਾਈਵਾਲ ਤੋਂ ਲੈ ਕੇ ਉਕਾੜੇ ਤੱਕ ਦੀ ਧਰਤੀ ਦਾ ਉਹ ਸੂਰਮਾ ਜਿਹਨੂੰ ਦਲੇਰੀ ਦੇ ਨਾਲ ਨਾਲ ਇੱਜ਼ਤ, ਗੈਰਤ ਤੇ ਵਫਾ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਅਗਲੀ ਕਿਸ਼ਤ ਦੇ ਵਿੱਚ ਅਹਿਮਦ ਖਾਂ ਖਰਲ ਦੇ ਹਵਾਲੇ ਨਾਲ ਮੁਕੰਮਲ ਜਾਣਕਾਰੀ ਦੇਵਾਂਗੇ। ਇਹ ਕਿਵੇਂ ਪੈਦਾ ਹੋਇਆ, ਇਹਦੇ ਵਾਲਿदैन ਕੌਣ ਸੀ, ਅੱਜ ਦੀ ਦੌਰ ਦੇ ਵਿੱਚ ਇਹਦੀ ਨਸਲ 'ਚੋਂ ਕੌਣ ਹੈ, ਔਰ ਉਹ ਕਿਹੜਾ ਵਾਕਿਆ ਪੇਸ਼ ਆਇਆ ਸੀ ਜਿਹੜਾ ਕਿ ਰਜਿਸਟਰ ਹੋ ਗਿਆ ਕਿ ਇਹਦੀ ਦੁਬਾਰਾ ਜਿਹਨੂੰ ਮਕਬਰੇ ਦੀ ਤਮੀਰ ਕੀਤੀ ਜਾ ਰਹੀ ਸੀ ਤੇ ਕਿਹੜੀ ਐਸੀ ਚੀਜ਼ ਲੱਭੀ ਕਿ ਲੋਕੀ ਹੈਰਾਨ ਰਹਿ ਗਏ ਤੇ ਕਿਉਂ 150 ਸਾਲ ਬਾਅਦ ਇਹਦਾ ਦੁਬਾਰਾ ਜਨਾਜ਼ਾ ਪੜ੍ਹਾਇਆ ਗਿਆ। ਦੇਖਦੇ ਰਹੋ ਵਾਹ ਟੀਵੀ।